जय हे जय हे जय हे जय जय जय। इधर विचाले ਅੱਜ ਆਜ਼ਾਦੀ ਦਾ ਦਿਹਾੜਾ ਹੈ ਔਰ ਇਸ ਦਿਨ ਕਰਮਚਾਰੀ ਵਰਗ ਦੀ ਗੱਲ ਕਰੀਏ ਉਹ ਵੀ ਸ਼ਹੀਦੀ ਸਮਾਰਕ ਚੰਡੀਗੜ੍ਹ ਦੇ ਵਿੱਚ ਜਿਹੜਾ ਨਾਰਥ ਇੰਡੀਆ ਦਾ ਬਣਿਆ ਹੋਇਆ ਉੱਥੇ ਅੱਜ ਪਹੁੰਚੇ ਨੇ ਤੇ ਸਿੱਧੇ ਤੌਰ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਨੇ। ਲੇਕਿਨ ਦੂਜੇ ਪਾਸੇ ਇਹਨਾਂ ਨੇ ਸਰਕਾਰ ਦੀ ਯਾਨੀ ਪੰਜਾਬ ਸਰਕਾਰ ਦੀ ਨੀਤੀਆਂ ਤੇ ਵੀ ਵੱਡੇ ਸਵਾਲ ਚੁੱਕੇ ਨੇ। ਕਿਉਂ ਸਵਾਲ ਚੁੱਕ ਰਹੇ ਨੇ ਇਹਨਾਂ ਨਾਲ ਖੁਦ ਹੀ ਗੱਲਬਾਤ ਕਰ ਲੈਂਦੇ ਹਾਂ। ਸੁਖਚੈਨ ਸਿੰਘ ਖਹਿਰਾ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਕਿਉਂ ਤੁਸੀਂ ਸਿੱਧੇ ਤੌਰ ਤੇ ਸਵਾਲ ਚੁੱਕ ਰਹੇ ਹੋ ਸਰਕਾਰ ਦੀ ਨੀਤੀਆਂ ਤੇ? ਕਿਉਂ ਕਹਿ ਰਹੇ ਹੋ ਕਿ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਵਿੱਤੀ ਕਹਿ ਸਕਦੇ ਹਾਂ ਕਿ ਗੁਲਾਮ ਬਣਾਉਣ ਦੀ ਸਾਜ਼ਿਸ਼ ਰਚ ਰਹੀ ਹੈ? ਦੇਖੋ ਜੀ, ਅੱਜ ਆਜ਼ਾਦੀ ਦਿਵਸ ਆ, ਸਾਨੂੰ ਬੜੀ ਖੁਸ਼ੀ ਹੈ। ਸਾਡੇ ਜਿਹੜੇ ਸ਼ਹੀਦ ਨੇ ਉਹਨਾਂ ਨੇ ਸਾਡੇ ਲਈ ਆਜ਼ਾਦੀ ਲਈ ਲੜਾਈਆਂ ਲੜੀਆਂ, ਸ਼ਹਾਦਤਾਂ ਦਿੱਤੀਆਂ, ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਖਟਕਦੀ ਆ ਕਿ ਇਹ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇੱਕ ਧਿਰ ਨੇ ਗੁਲਾਮ ਬਣਾ ਲਿਆ। ਉਹ ਗੁਲਾਮੀ ਕਿਵੇਂ ਆ ਕਿ ਆਪ ਜੋ ਵੀ ਕੰਮ ਕਰਦੇ ਹੋ ਡਬਲ ਸਟੈਂਡਰਡ ਕਰਦੇ ਨੇ। ਸਾਡੇ ਕੋਲੋਂ ਜਿਵੇਂ ਉਸ ਸਮੇਂ ਜਜੀਆ ਲਿਆ ਜਾਂਦਾ ਸੀ, ਅੰਗਰੇਜ਼ਾਂ ਦੇ ਵੇਲੇ ਲਗਾਨ ਲਿਆ ਜਾਂਦਾ ਸੀਗਾ, ਉਵੇਂ ਹੀ ਅੱਜ ਸਾਡੇ ਕੋਲ ਲਗਾਨ ਲਿਆ ਜਾ ਰਿਹਾ, ਜਜੀਆ ਲਿਆ ਜਾ ਰਿਹਾ। 200 ਰੁਪਏ ਨਾਮ ਤੇ ਜਜੀਆ ਟੈਕਸ, ਜਿਹਨੂੰ ਇਹਨਾਂ ਨੇ ਡਿਵੈਲਪਮੈਂਟ ਟੈਕਸ ਕਿਹਾ। ਮੁੰਟੇਕ ਸਿੰਘ ਆਹਲੂਵਾਲੀਆ ਦੀ ਕਮੇਟੀ ਨੇ ਕਹਿਤਾ ਸਾਲ 1650 ਕਰ ਦਿਓ। ਮੋਟਾ ਇਨਕਮ ਟੈਕਸ ਲਿਆ ਜਾ ਰਿਹਾ। ਔਰ ਦੇਖੋ, ਸਾਡੇ ਕੋਲ ਇਨਕਮ ਟੈਕਸ ਲਿਆ ਜਾ ਰਿਹਾ, ਲੇਕਿਨ ਜਿਹੜੇ ਸਾਡੇ ਨੁਮਾਇੰਦੇ ਨੇ ਜਿਨ੍ਹਾਂ ਨੂੰ ਅਸੀਂ ਵੋਟ ਦਿੱਤੀ ਆ, ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣਾ ਜਿਹੜਾ ਇਨਕਮ ਟੈਕਸ ਆ ਉਹ ਇੱਕ ਮਤਾ ਪਾਸ ਕਰਕੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਉਹਨੂੰ ਕੈਸ਼ ਕਰਾਉਣਾ ਸ਼ੁਰੂ ਕਰਤਾ। ਹੁਣ ਦੱਸੋ ਕੀ ਅੰਗਰੇਜ਼ਾਂ ਤੇ ਇਹਨਾਂ 'ਚ ਕੀ ਕਮੀ ਰਹਿ ਗਈ? ਸਾਡਾ ਮੋਬਾਈਲ ਭੱਤਾ ਅੱਧਾ ਕਰਤਾ ਤੇ ਆਪਣਾ ਟੈਲੀਫੋਨ ਅਲਾਊਂਸ ਜਿਹੜਾ ਅਲਾਊਂਸ ਆ ਉਹ 15,000 ਆ। ਉਹਦੀ ਪੇਮੈਂਟ ਵੀ ਸਰਕਾਰੀ ਖਜ਼ਾਨੇ 'ਚੋਂ ਕੀਤੀ ਜਾਂਦੀ ਆ ਤੇ ਸਾਨੂੰ ਕਿਹਾ ਜਾਂਦਾ ਇਹਨਾਂ ਦਾ ਅੱਧਾ ਕਰ ਦਿਓ। ਜਦੋਂ ਮੁੰਟੇਕ ਸਿੰਘ ਆਹਲੂਵਾਲੀਆ ਰਿਪੋਰਟ ਦਿੰਦੇ ਨੇ ਤੇ ਕੀ ਉਹਨਾਂ ਨੂੰ ਦਿਖਦਾ ਨਹੀਂ ਕਿ ਇਹ ਜਿਹੜੇ ਉੱਪਰ ਸੀਐਮ ਸਾਹਿਬ, ਥੱਲੇ ਮਿਨਿਸਟਰ, MLA ਜਿਹੜੇ ਇਹਨਾਂ ਨੂੰ ਇੰਨੇ ਵਿੱਤੀ ਲਾਭ ਦਿੱਤੇ ਜਾਂਦੇ ਆ, ਉਹਦੇ ਵਿੱਚ ਕੱਟ ਨਹੀਂ ਲਗਾਉਣਾ? ਸੋ ਕਹਿਣ ਤੋਂ ਮਤਲਬ ਇਹ ਹੈ ਕਿ ਉਹਨਾਂ ਨੇ ਸੋਚ ਲਿਆ ਕਿ ਅਸੀਂ ਰਾਜੇ ਆ, ਅਸੀਂ ਬਾਦਸ਼ਾਹ, ਅਸੀਂ ਇਸ ਪ੍ਰਜਾ ਦਾ ਸ਼ੋਸ਼ਣ ਕਰਨਾ ਸਾਡਾ ਇਹ ਰਾਈਟ ਆ। ਜਦੋਂ ਇਹ ਚੀਜ਼ ਦੀ ਭਾਵਨਾ ਆ ਜੇ ਤੇ ਇਹ ਜਿਹੜੇ ਸ਼ਹੀਦ ਆ ਜਿਨ੍ਹਾਂ ਦੀ ਅਸੀਂ ਸਥਾਨ ਤੇ ਖੜੇ ਹੋਏ ਆ, ਇਹਨਾਂ ਦੀ ਭਾਵਨਾਵਾਂ ਜਿਨ੍ਹਾਂ ਕਰਕੇ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ, ਮੈਨੂੰ ਲੱਗਦਾ ਕਿ ਉਹ ਗਲਤ ਸਾਬਿਤ ਹੋ ਜਾਂਦੀ ਹੈ ਕਿ ਉਹ ਵਿਚਾਰਿਆਂ ਨੇ ਆਪਣੀ ਜਿਹੜੀ ਆ ਉਹ ਸ਼ਹਾਦਤ ਦਿੱਤੀ, ਪਰ ਉਸ ਸ਼ਹਾਦਤ ਨੂੰ ਦੇ ਅਨੁਸਾਰ ਜੋ ਉਹਨਾਂ ਨੇ ਸੁਪਨਾ ਲਿਆ ਉਹੋ ਜਿਹਾ ਜੇ ਭਾਰਤ, ਉਹੋ ਜਿਹਾ ਪੰਜਾਬ ਨਹੀਂ ਬਣਿਆ। ਤੇ ਹੁਣ ਜਿਸ ਤਰ੍ਹਾਂ ਨਾਲ ਆ ਜਿਹੜੀ ਰਿਪੋਰਟ ਦੀ ਤੁਸੀਂ ਵੀ ਗੱਲ ਕਰ ਰਹੇ ਹੋ, ਆਹਲੂਵਾਲੀਆ ਸਾਹਿਬ ਦੀ ਜਿਹੜੀ ਰਿਪੋਰਟ ਆਈ ਹੈ, ਇਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਤੁਹਾਨੂੰ ਲੱਗਦਾ ਹੈ ਕਿ ਇਸ ਰਿਪੋਰਟ ਨਾਲ ਕਰਮਚਾਰੀ ਵਰਗ ਦੇ ਹਿੱਤਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ? ਇਹਦਾ ਨਾ ਕਰਮਚਾਰੀ ਹਿੱਤਾਂ ਦਾ ਨਹੀਂ ਜੀ, ਪੰਜਾਬ ਦੀ ਜਨਤਾ ਦੇ ਹਿੱਤਾਂ ਨਾਲ ਖਿਲਵਾੜ ਹੋ ਰਿਹਾ, ਕਿਸਾਨਾਂ ਨਾਲ ਖਿਲਵਾੜ ਹੋ ਰਿਹਾ, ਮਜ਼ਦੂਰਾਂ ਨਾਲ ਖਿਲਵਾੜ ਹੋ ਰਿਹਾ। ਲੇਕਿਨ ਕਿਹਦੇ ਹੱਕ ਸੁਰੱਖਿਅਤ ਹੋ ਰਹੇ ਆਹਲੂਵਾਲੀਆ ਕਮੇਟੀ ਨਾਲ? ਇਹਦੇ ਨਾਲ ਜਿਹੜੇ ਲੋਕਾਂ ਨੂੰ ਅਸੀਂ ਚੁਣਿਆ, ਜਿਹੜੇ ਸਾਡੇ ਨੁਮਾਇੰਦੇ ਆ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਸਾਡੀ ਖਾਤਰ ਕਿ ਤੁਸੀਂ ਜਿਹੜਾ ਸਮਾਜ ਦੀ ਖਾਤਰ ਲੜੋ, ਸਮਾਜ ਦੇ ਅਪਲਿਫਟ ਲਈ ਕੰਮ ਕਰੋ, ਉਹਨਾਂ ਨੇ ਸਮਾਜ ਦੇ ਅਪਲਿਫਟ ਲਈ ਕੰਮ ਨਹੀਂ ਕੀਤਾ, ਉਹਨਾਂ ਨੇ ਆਪਣੇ ਅਪਲਿਫਟ ਲਈ ਕੰਮ ਸ਼ੁਰੂ ਕਰਤਾ। ਸੋ ਉਹ ਆਜ਼ਾਦੀ ਦਾ ਜੋ ਸੰਕਲਪ ਸੀਗਾ, ਉਹ ਸੰਕਲਪ ਹੀ ਨੂੰ ਉਲਟਾ ਗੇੜਾ ਦੇ ਕੇ ਰੱਖਤਾ ਇਹਨਾਂ ਨੇ। ਹੁਣ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਆਪਾਂ ਕਰਮਚਾਰੀਆਂ ਦੇ ਹਿੱਤਾਂ ਦਾ ਵੀ ਖਿਆਲ ਰੱਖਾਂਗੇ। ਅੱਜ ਜਿਹੜੀ ਸਪੀਚ ਆਈ ਹੈ, ਕਿਸਾਨੀ ਦੇ ਹਿੱਤਾਂ ਦੀ ਵੀ ਗੱਲ ਕਰ ਰਹੇ ਨੇ, ਰੋਜ਼ਗਾਰ ਦੀ ਵੀ ਗੱਲ ਕਰ ਰਹੇ ਨੇ। ਅੱਜ ਕਈ ਵੱਡੀ ਘੋਸ਼ਣਾਵਾਂ ਉਹਨੇ ਅਗਲੇ 2 ਸਾਲ ਲਈ ਕੀਤੀਆਂ ਨੇ। ਕਿੱਦਾਂ ਦੇਖਦੇ ਹੋ ਜਿਹੜੀ ਪਿਛਲੀ ਘੋਸ਼ਣਾਵਾਂ ਰਹੀਆਂ ਔਰ ਅੱਜ ਦਾ ਜਿਹੜੀ ਤੁਸੀਂ ਸਪੀਚ ਸੁਣੀ ਆ ਉਸ ਨੂੰ? ਦੇਖੋ ਜੀ, ਅਜੇ ਤਾਈਂ ਗੁਸਤਾਖੀ ਮਾਫ, ਮੈਂ ਸਪੀਚ ਨਹੀਂ ਸੁਣੀ, ਪਰ ਜੇ ਉਹਨਾਂ ਨੇ ਘੋਸ਼ਣਾਵਾਂ ਕੀਤੀਆਂ ਵੀ ਆ ਤੇ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ ਕਿ ਯਾਦ ਕਰਾਉਣਾ ਚਾਹੁੰਦਾ ਕਿ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਉਹਨਾਂ ਨੇ ਘੋਸ਼ਣਾ ਕੀਤੀ ਸੀ। ਉਹਨਾਂ ਨੇ ਮੈਨੀਫੈਸਟੋ 'ਚ ਜਿਹੜੇ ਸਾਡੇ ਲਈ 7 ਡਿਮਾਂਡਾਂ ਰੱਖੀਆਂ ਕਿ ਉਹ ਘੋਸ਼ਣਾ ਨਹੀਂ ਸੀ, ਉਹ ਤੇ ਲਿਖਤ ਤੌਰ ਤੇ ਘੋਸ਼ਣਾ ਸੀਗੀ। ਉਸ ਤੋਂ ਬਾਅਦ
ਉਹਨਾਂ ਨੇ ਫਿਰ ਇੱਕ ਘੋਸ਼ਣਾ ਕੀਤੀ ਸੀ ਕਿ ਮੈਂ ਇੱਕ ਪਹਿਲੀ ਹੀ ਕੈਬਨਿਟ ਦੇ ਵਿੱਚ ਆ ਕੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰ ਦਿਆਂਗਾ ਔਰ ਵਿੱਚ ਬੈਠ ਕੇ ਜਿਹੜੇ ਸਾਡੇ ਕਰਮਚਾਰੀ ਜਿਹੜੇ ਪੁਰਾਣੀ ਪੈਨਸ਼ਨ ਉਹਨਾਂ ਦੇ ਵਿੱਚ ਬੈਠ ਕੇ ਕਿਹਾ ਸੀ ਮੈਂ ਤੁਹਾਨੂੰ ਆਂਦੇ ਹੀ ਪੁਰਾਣੀ ਪੈਨਸ਼ਨ ਦੇ ਦਿਆਂਗਾ। ਕੱਚੇ ਕਰਮਚਾਰੀਆਂ ਨੂੰ ਕਿਹਾ ਸੀ ਆਂਦੇ ਹੀ ਤੁਹਾਨੂੰ ਪੱਕੀ ਪੈਨਸ਼ਨ ਦੇ ਦਿਆਂਗੇ। ਕੀਤਾ ਕੀ? ਆਂਦੇ ਹੀ ਪਹਿਲੇ ਪ੍ਰੋਬੇਸ਼ਨ 2 ਤੋਂ 3 ਸਾਲ ਕਰਤਾ। ਉਸ ਤੋਂ ਬਾਅਦ ਜਿਹੜਾ ਉਹਦੇ ਤੇ ਵਿੱਤੀ ਲਾਭ ਆ ਉਹ ਛੱਡ ਕੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਬੇਸਿਕ ਤੇ ਕੰਮ ਕਰੋਗੇ। ਹੁਣ ਉਹਨਾਂ ਨੂੰ ਕਿਹਾ ਵੀ ਜਿਹੜੇ ਨਵੇਂ ਆਣਗੇ ਉਹਨਾਂ ਨੂੰ ਸੈਂਟਰ ਦਾ ਪੇ ਕਮਿਸ਼ਨ ਦੇਵਾਂਗੇ। ਕਿੱਥੇ ਆਪਣੀਆਂ ਘੋਸ਼ਣਾਵਾਂ ਤੇ ਸੀਐਮ ਸਾਹਿਬ ਖੜੇ ਰਹੇ ਆ। ਇਹੀ ਚੀਜ਼ ਨੂੰ ਤੇ ਰੋਣਾ ਕਿ ਸਾਡੀ ਆਜ਼ਾਦੀ ਜਿਹਦੀ ਅਸੀਂ ਖੁਸ਼ੀ ਮਨਾ ਰਹੇ ਹਾਂ ਪਰ ਉਹ ਆਜ਼ਾਦੀ ਹੈ ਕਿੱਥੇ ਆ। ਉਹ ਸਿਰਫ ਸਟੇਟ ਦਾ ਖਜ਼ਾਨਾ ਭਰਨਾ, ਬਲੀਦਾਨ ਦੇਣਾ, ਸਟੇਟ ਨੂੰ ਅਪਲਿਫਟ ਕਰਨਾ ਸਿਰਫ ਮਜ਼ਦੂਰ, ਮੁਲਾਜ਼ਮ, ਕਿਸਾਨ ਤੇ ਬਾਕੀ ਵਰਗਾਂ ਦਾ ਕੰਮ। ਜਿਨ੍ਹਾਂ ਨੇ ਇਹਨਾਂ ਨੂੰ ਡਿਊਟੀ ਦਿੱਤੀ ਸੀ ਆਪਣੇ ਲਈ, ਲਓ ਅਸੀਂ ਤੁਹਾਨੂੰ ਵੋਟਾਂ ਦੇ ਕੇ ਚੁਣਿਆ, ਤੁਸੀਂ ਤੁਹਾਡੀ ਡਿਊਟੀ ਕਿੱਥੇ ਗਈ? ਸੋ ਕਹਿਣ ਤੋਂ ਮਤਲਬ ਕਿ ਇਹ ਆਜ਼ਾਦੀ ਨੂੰ ਕਿਹਾ ਜਦੋਂ ਸਹੀ ਮਾਨਿਆਂ 'ਚ ਆਜ਼ਾਦੀ ਆ। ਕਹਿਣ ਤੋਂ ਮਤਲਬ ਇਹ ਆ ਕਿ ਇਹ ਆਜ਼ਾਦੀ ਦਾ ਜਿਹੜਾ ਸੰਕਲਪ ਸੀ ਉਹਨੂੰ ਇਹਨਾਂ ਨੇ ਫੇਲ ਕਰਤਾ। ਹੁਣ ਇੱਕ ਨਵੀਂ ਲੜਾਈ ਲੜੀ ਜਾਣੀ ਆ। ਉਹ ਲੜੀ ਜਾਣੀ ਆ ਸਮਾਜਿਕ ਫਰੰਟ ਦੇ ਉੱਤੇ ਵੀ ਭਾਈ ਸਮਝੋ ਸਾਨੂੰ ਫਿਰ ਕਿਸੇ ਨਾ ਕਿਸੇ ਢੰਗ ਨਾਲ ਗੁਲਾਮ ਕੀਤਾ ਜਾ ਰਿਹਾ। ਸੋ ਤੁਸੀਂ ਅਸੀਂ ਸਾਰਿਆਂ ਨੇ ਮਿਲ ਕੇ ਇਹ ਸ਼ਹੀਦਾਂ ਦੀ ਕੀਤੀ ਕੁਰਬਾਨੀ ਨੂੰ ਜਾਇਆ ਨਹੀਂ ਜਾਣ ਦੇਣਾ। ਇੱਕ ਸਮਾਜ ਨੂੰ ਇੱਕ ਮੁੱਠ ਕਰਕੇ ਕਿਸਾਨ, ਮਜ਼ਦੂਰ, ਮੁਲਾਜ਼ਮ, ਰਿਪੋਰਟਰ ਹਰ ਵਰਗ ਨੂੰ, ਛੋਟੇ ਜਿਹੜੇ ਵਪਾਰੀ, ਵੱਡੇ ਵਪਾਰੀ ਸਾਰਿਆਂ ਨੂੰ ਇੱਕ ਕਰਕੇ ਇੱਕ ਲੜਾਈ ਲੜਾਂਗੇ ਤਾਂ ਕਿ ਜਿਹੜਾ ਆਜ਼ਾਦੀ ਦਾ ਸੰਕਲਪ, ਜਿਹੜਾ ਸੁਪਨਾ ਸਾਡੇ ਸ਼ਹੀਦਾਂ ਨੇ ਲਿਆ ਉਹਨੂੰ ਪੂਰਾ ਕੀਤਾ ਜਾ ਸਕੇ। ਹੁਣ ਕੀ ਰਣਨੀਤੀ ਬਣਾਈ ਹੈ? ਅੱਜ ਦੀ ਵੀ ਤੁਹਾਡੀ ਰਣਨੀਤੀ ਸੀ, ਕਾਲੇ ਝੰਡੇ ਵੀ ਤੁਸੀਂ ਕਹਿ ਰਹੇ ਸੀ ਆਪਾਂ ਅੱਜ ਦੇ ਦਿਨ ਕਾਲੇ ਝੰਡੇ ਚੱਕਾਂਗੇ। ਕੀ ਕੁਝ ਅੱਗੇ ਦੀ ਰਣਨੀਤੀ ਹੈ? ਚਲੋ ਅੱਜ ਤੁਸੀਂ ਕਿਤੇ ਨਾ ਕਿਤੇ ਕਾਲੇ ਝੰਡੇ ਨਹੀਂ ਚੱਕੇ, ਅੱਜ ਤਿਰੰਗਾ ਤੁਹਾਡੇ ਹੱਥ ਦੇ ਵਿੱਚ ਵੇਖਣ ਨੂੰ ਮਿਲਿਆ ਔਰ ਮੈਨੂੰ ਕਾਫੀ ਖੁਸ਼ੀ ਹੈ ਕਿ ਅੱਜ ਦੇ ਦਿਨ ਘੱਟੋ ਘੱਟ ਤੁਸੀਂ ਤਿਰੰਗੇ ਦਾ ਸਨਮਾਨ ਕੀਤਾ, ਤਿਰੰਗਾ ਚੱਕ ਕੇ ਆਇਓ, ਕਾਲੇ ਝੰਡੇ ਤੁਸੀਂ ਨਹੀਂ ਚੱਕੇ। ਲੇਕਿਨ ਅੱਗੇ ਦੀ ਕੀ ਰਣਨੀਤੀ ਹੈ ਔਰ ਅੱਜ ਦਾ ਕੀ ਰੀਜ਼ਨ ਰਿਹਾ ਕਿ ਉਹ ਕਾਲੇ ਝੰਡੇ ਤੁਸੀਂ ਨਹੀਂ ਚੱਕੇ? ਜਦੋਂ ਕਿਸੇ ਨੂੰ ਕੁੱਟਿਆ ਜਾਂਦਾ, ਮਾਰਿਆ ਜਾਂਦਾ, ਉਹਦਾ ਸ਼ੋਸ਼ਣ ਕੀਤਾ ਜਾਂਦਾ, ਉਹਦੇ ਮਨੋਵੇਗ ਕੁਰਲਾਉਂਦੇ ਨੇ, ਉਹ ਅੰਦਰੋਂ ਕੁਰਲਾਉਂਦਾ ਹੋਇਆ। ਤੁਸੀਂ ਆਮ ਦੇਖਿਆ ਜਦੋਂ ਲੜਾਈ ਹੋ ਜਾਂਦੀ ਆ, ਦੋ ਜਣੇ ਜਿਹੜਾ ਵਿਚਾਰਾ ਜਿਆਦੇ ਬੰਦੇ ਇੱਕ ਬੰਦੇ ਨੂੰ ਕੁੱਟਮਾਰ ਕਰਦੇ ਨੇ ਤੇ ਉਹਦੇ ਮੂੰਹੋਂ ਗਾਲੀ ਗਲੋਚ ਨਿਕਲਦਾ। ਉਹਦਾ ਕਸੂਰ ਨਹੀਂ ਹੁੰਦਾ ਕਿਉਂਕਿ ਉਹ ਰੋਂਦਾ ਕੁਰਲਾਉਂਦਾ, ਉਹਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ। ਇਵੇਂ ਹੀ ਜਦੋਂ ਮੁਲਾਜ਼ਮ ਵਰਗ ਨੂੰ ਇਹਨਾਂ ਨੇ ਕੁੱਟਣਾ ਸ਼ੁਰੂ ਕੀਤਾ, ਉਹਦਾ ਸ਼ੋਸ਼ਣ ਸ਼ੁਰੂ ਕੀਤਾ, ਉਹਨਾਂ ਦੇ ਮਨੋਵੇਗਾਂ ਦੇ ਵਿੱਚ ਆ ਕੇ ਉਹਨਾਂ ਨੇ ਕਿਹਾ ਵੀ ਅਸੀਂ ਕਾਲੇ ਝੰਡੇ ਲਹਿਰਾਵਾਂਗੇ। ਲੇਕਿਨ ਸਿਆਣੇ ਲੋਕਾਂ ਨੇ ਸਾਨੂੰ ਇਹ ਕਿਹਾ ਕਿ ਉਹਨਾਂ ਸ਼ਹੀਦਾਂ ਨੂੰ, ਸ਼ਹਾਦਤ ਨੂੰ ਯਾਦ ਕਰੋ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ। ਸੋ ਉਹਦੇ ਮੱਦੇ ਨਜ਼ਰ ਅਸੀਂ ਵੀ ਇਹ ਸੋਚਿਆ ਕਿ ਸਾਡੀ ਤੇ ਜਿਹੜੀ ਹੈਗੀ ਆ ਉਹ ਹੀਰੋ ਨੇ ਸਾਡੇ, ਅਸੀਂ ਉਹਨਾਂ ਨੂੰ ਸਲਾਮ ਕਰਾਂਗੇ, ਸਲੂਟ ਕਰਾਂਗੇ, ਉਹਨਾਂ ਦੇ ਰਾਹਾਂ ਤੇ ਚੱਲਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਰਾਹਾਂ ਤੇ ਚੱਲਦੇ ਹੋਏ ਇੱਕ ਨਵੀਂ ਲਹਿਰ, ਇੱਕ ਨਵੀਂ ਚੇਤਨਾ ਪੈਦਾ ਕਰਕੇ ਸਮਾਜ ਦੇ ਵਿੱਚ ਬਦਲਾਅ ਲਿਆਵਾਂਗੇ ਔਰ ਉਹ ਬਦਲਾਅ ਪੰਜਾਬ ਦੇ ਵਿੱਚ ਮੁਲਾਜ਼ਮ ਵਰਗ ਤੋਂ ਸ਼ੁਰੂ ਹੋ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੁੱਛਿਆ ਸਾਡੀ ਕਿਸਾਨ ਜਥੇਬੰਦੀਆਂ ਨਾਲ ਗੱਲ ਚੱਲ ਰਹੀ ਹੈ, ਮਜ਼ਦੂਰਾਂ ਨਾਲ ਗੱਲ ਚੱਲ ਰਹੀ ਹੈ, ਸਾਰਿਆਂ ਨਾਲ ਗੱਲ ਚੱਲ ਰਹੀ ਹੈ। ਸਾਰੇ ਇਕੱਠੇ ਹੋ ਕੇ ਜਿੰਨੇ ਵੀ ਸਮਾਜ ਦਾ ਅਪਲਿਫਟ ਚਾਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਅੰਦੋਲਨ ਦਾ ਰੂਪ ਦੇ ਕੇ ਇਹ ਸਰਕਾਰ ਨੂੰ ਝੁਕਾਵਾਂਗੇ। ਲੜਾਈ ਲੰਬੀ ਆ, ਇਹ ਨਾ ਸੋਚੋ ਕਿ ਇਹ ਲੜਾਈ 18 ਤੱਕ ਆ। ਇਹ ਲੜਾਈ ਉਦੋਂ ਤੱਕ ਚੱਲਣੀ ਹੈ ਜਦੋਂ ਤੱਕ ਪੂਰਨ ਆਜ਼ਾਦੀ ਜਿਹੜੀ ਆ ਉਹ ਪ੍ਰਾਪਤ ਨਹੀਂ ਹੋ ਜਾਂਦੀ। ਉਦੋਂ ਤੱਕ ਜਦੋਂ ਤੱਕ ਜਿਹੋ ਜੀ ਆਜ਼ਾਦੀ ਦਾ, ਜਿਹੋ ਜਿਹੇ ਭਾਰਤ ਦੇ ਭਵਿੱਖ ਦਾ ਸੁਪਨਾ ਸਾਡੇ ਸ਼ਹੀਦਾਂ ਨੇ, ਸਾਡੇ ਭਗਤ ਸਿੰਘ ਨੇ, ਸੁਖਦੇਵ ਨੇ, ਰਾਜਗੁਰੂ ਨੇ, ਲਾਲਾ ਲਾਜਪਤ ਰਾਏ ਨੇ ਲਿਆ ਸੀ, ਉਹ ਅਸੀਂ ਸੁਪਨਾ ਪੂਰਾ ਕਰਾਂਗੇ। 18 ਤਰੀਕ ਤੱਕ ਜਿਹੜਾ ਤੁਹਾਡਾ ਅੰਦੋਲਨ ਸੀ ਕਿਆ ਉਹ ਜਾਰੀ ਰਹੇਗਾ? ਜਿਹੜਾ ਤੁਸੀਂ ਪ੍ਰਦਰਸ਼ਨ ਦੀ ਪਹਿਲਾਂ ਘੋਸ਼ਣਾ ਕੀਤੀ ਸੀ ਕਿਆ ਜਾਰੀ ਰਹੇਗੀ? ਬਿਲਕੁਲ ਜੀ, 18 ਨੂੰ 17 ਤੱਕ ਤੇ ਇਹ ਪੈਂਡ ਆਉਣਾ। 18 ਨੂੰ ਇੱਕ ਬਹੁਤ ਵੱਡਾ ਜਿਹੜਾ ਸਮੂਹ ਪੰਜਾਬ ਬੰਦ ਕੀਤਾ ਜਾਏਗਾ। ਉਸ ਉਪਰੰਤ ਉਸ ਤੋਂ ਵੀ ਵੱਡੇ ਜਿਹੜੇ ਐਕਸ਼ਨ ਉਹ ਲਿਖੇ ਜਾਣਗੇ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਅਗਰ ਮੁਲਾਜ਼ਮਾਂ ਦੀ ਗੱਲ ਕਰੀਏ ਤੇ ਰਣਨੀਤੀ ਤਿਆਰ ਕਰ ਚੁੱਕੇ ਨੇ। ਸਿੱਧੇ ਤੌਰ ਤੇ ਸਰਕਾਰ ਦੀ ਕਾਰਿਆ ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਦੇ ਹੋਏ ਨਜ਼ਰ ਆ ਰਹੇ ਨੇ। ਕਹਿ ਰਹੇ ਨੇ ਕਿ ਅੱਜ ਆਜ਼ਾਦੀ ਦਾ ਦਿਹਾੜਾ ਤੇ ਮਨਾ ਰਹੇ ਹਾਂ, ਲੇਕਿਨ ਸਰਕਾਰ ਜਿਹੜੀ ਹੈ ਇਹਨੂੰ ਵਿੱਤੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਗੁਲਾਮੀ ਦੀ ਤਰਫ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਦੀ ਕਾਰਿਆ ਪ੍ਰਣਾਲੀ ਤੇ ਸਵਾਲ ਚੁੱਕੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਮੁਲਾਜ਼ਮਾਂ ਨੂੰ ਲੈ ਕੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਫੈਸਲੇ ਲੈ ਪਾਉਂਦੀ ਹੈ। ਕੈਮਰਾਮੈਨ ਦਵਿੰਦਰ ਸਿੰਘ ਦੇ ਨਾਲ ਵਿਨੀਤ ਕਪੂਰ, ANB ਨਿਊਜ਼, ਚੰਡੀਗੜ੍ਹ।